ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਇਸਤਰੀਆਂ ਵਿੱਚ ਅਕਸਰ ਨਿਆਂ ਦੀ ਬਿਰਤੀ ਨਹੀਂ ਹੁੰਦੀ। ਉਹ ਕਿਸੇ ਨੂੰ ਵਡਿਆਉਣ ਅਤੇ ਭੰਡਣ ਵਿੱਚ ਅਤਿਵਾਦੀ ਹੁੰਦੀਆਂ ਹਨ। ਇਸਤਰੀਆਂ ਵਿੱਚ ਇੱਕ ਦੂਜੀ ਨਾਲ ਸਾੜਾ ਕਰਨ ਦਾ ਕਾਰਨ ਪੁਰਸ਼ ਹੁੰਦੇ ਹਨ। ਪੁਰਸ਼ ਇਸਤਰੀਆਂ ਕਾਰਨ ਹੋਰ ਪੁਰਸ਼ਾਂ ਨਾਲ ਮੁਕਾਬਲਾ ਕਰਦੇ ਹਨ। ਕਿਸੇ ਵੀ ਯੁੱਗ ਵਿੱਚ ਫਿਲਾਸਫੀ ਵਿੱਚ ਪਿਆਰ ਨੂੰ ਵਿਚਾਰਨਯੋਗ ਨਹੀਂ ਸਮਝਿਆ ਗਿਆ। ਮਾਂ ਬਣਨ ਵਾਸਤੇ ਇਸਤਰੀ ਆਪਣੀ ਸੁੰਦਰਤਾ ਦੀ ਕੁਰਬਾਨੀ ਦੇ ਦਿੰਦੀ ਹੈ। ਪਿਆਰ ਵਿੱਚ ਇਸਤਰੀ ਸਭ ਤੋਂ ਵੱਧ ਕਮਜ਼ੋਰ ਉਦੋਂ ਹੁੰਦੀ ਹੈ ਜਦੋਂ ਉਹ ਧਮਕੀਆਂ ਦੇਣ ਲੱਗ ਪਵੇ। ਪੁਰਸ਼ਾਂ ਦੀਆਂ ਲੜਾਈਆਂ ਦਾ ਕਾਰਨ ਅਕਸਰ ਇਸਤਰੀਆਂ ਹੁੰਦੀਆਂ ਹਨ। ਮਾਲਕ ਅਤੇ ਨੌਕਰ ਇੱਕੋ ਦੁਕਾਨ ਤੋਂ ਚੀਜ਼ਾਂ ਨਹੀਂ ਖਰੀਦਦੇ। ਇਸਤਰੀ ਪੁਰਸ਼ ਨੂੰ ਆਪਣੀਆਂ ਗੱਲਾਂ ਦੇ ਮੁਕਾਬਲੇ ਹਰਕਤਾਂ ਨਾਲ ਵਧੇਰੇ ਪ੍ਰਭਾਵਿਤ ਕਰਦੀ ਹੈ। ਵਧੇਰੇ ਲਾਡ ਪਿਆਰ ਨਾਲ ਪਲਿਆ ਬੱਚਾ ਵੱਡਾ ਹੋ ਕੇ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦਾ। ਗਰੀਬ ਆਦਮੀ ਦੇ ਬਹੁਤੇ ਰਿਸ਼ਤੇਦਾਰ ਨਹੀਂ ਹੁੰਦੇ ਕਿਉਂਕਿ ਕੋਈ ਉਸਦਾ ਰਿਸ਼ਤੇਦਾਰ ਬਣਨ ਲਈ ਤਿਆਰ ਹੀ ਨਹੀਂ ਹੁੰਦਾ। ਜੇ ਜ਼ਿੰਦਗੀ ਵਿੱਚ ਦੁਸ਼ਮਣ ਨਾ ਹੋਣ ਤਾਂ ਇਹ ਫਰਜ਼ ਵੀ ਕਿਸੇ ਦੋਸਤ ਨੂੰ ਹੀ ਨਿਭਾਉਣਾ ਪੈਂਦਾ ਹੈ। ਦੋਸਤਾਂ ਬਾਰੇ ਡੂੰਘਾਈ ਨਾਲ ਨਹੀਂ ਸੋਚਿਆ ਜਾਂਦਾ ਕਿਉਂਕਿ ਸੋਚਣ ਵਿੱਚ ਨਫ਼ੇ ਨੁਕਸਾਨ ਦੀ ਬਿਰਤੀ ਹੁੰਦੀ ਹੈ, ਜਦੋਂ ਕਿ ਦੋਸਤੀ ਇਸ ਬਿਰਤੀ ਤੋਂ ਮੁਕਤ ਹੁੰਦੀ ਹੈ। ਦੋਸਤੀ ਧਨ ਵਾਂਗ ਕਮਾਉਣੀ ਸੌਖੀ ਹੁੰਦੀ ਹੈ ਪਰ ਸਾਂਭਣੀ ਔਖੀ ਹੁੰਦੀ ਹੈ। ਜੇ ਸੰਸਾਰ ਵਿੱਚ ਭੈੜੇ ਲੋਕ ਨਾ ਹੁੰਦੇ ਤਾਂ ਅਨੇਕਾਂ ਧੰਦੇ ਵੀ ਨਾ ਹੁੰਦੇ। ਅਤੀਤ ਪ੍ਰਤੀ ਸਤਿਕਾਰ ਹੋਣਾ ਚੰਗਾ ਹੈ ਪਰ ਜਨੂੰਨ ਹੋਣਾ ਮਾੜਾ ਹੈ। ਯੁੱਧ ਮਾਨਵ ਜਾਤੀ ਜਿਤਨਾ ਪੁਰਾਣਾ ਹੈ, ਸ਼ਾਂਤੀ ਦੀਆਂ ਗੱਲਾਂ ਅਜੋਕੀ ਸਦੀ ਦੀ ਕਾਢ ਹਨ। ਵਫ਼ਾਦਾਰੀ ਦਾ ਅਰਥ ਮੁਸੀਬਤ ਵਿੱਚ ਵਫ਼ਾਦਾਰੀ ਤੋਂ ਹੁੰਦਾ ਹੈ। ਕੇਵਲ ਨੀਵੇਂ ਕਿਰਦਾਰ ਵਾਲਾ ਬੰਦਾ ਹੀ ਕਹਿੰਦਾ ਹੈ ਕਿ ਉਸ ਨੂੰ ਕੁਝ ਕਰਨ ਜਾਂ ਬਣਨ ਦਾ ਅਵਸਰ ਨਹੀਂ ਮਿਲਿਆ। ਵਿਗਿਆਨ ਨੇ ਸੁੱਖ ਸਹੂਲਤਾਂ ਦਾ ਵਾਅਦਾ ਕੀਤਾ ਹੈ, ਸ਼ਾਂਤੀ ਦਾ ਵਾਅਦਾ ਇਸ ਨੇ ਕਦੇ ਕੀਤਾ ਹੀ ਨਹੀਂ। 25 ਸਾਲ ਦੀ ਉਮਰ ਤੱਕ ਹਰ ਕੋਈ ਮੌਲਿਕ ਹੁੰਦਾ ਹੈ। ਅਸਲ ਮੌਲਿਕਤਾ ਉਹ ਹੁੰਦੀ ਹੈ ਜਿਹੜੀ 50 ਸਾਲ ਦੀ ਉਮਰ ਵਿੱਚ ਵੀ ਬਣੀ ਰਹੇ। ਸਮੇਂ ਦੇ ਦਬਾਅ ਅਧੀਨ ਲਿਖਣ ਦੀ ਆਦਤ ਕਾਰਨ ਜੇ ਲਿਖਣ ਲਈ ਪੱਤਰਕਾਰ ਕੋਲ ਖੁੱਲ੍ਹਾ ਸਮਾਂ ਹੋਵੇ ਤਾਂ ਉਸ ਦੀ ਲਿਖਤ ਦੀ ਪੱਧਰ ਸੁਧਰਦੀ ਨਹੀਂ, ਨਿਗਰਦੀ ਹੈ। ਕਬਾੜੀ ਦੀ ਦੁਕਾਨ ਵੇਖ ਕੇ ਇਵੇਂ ਲੱਗਦਾ ਹੈ ਜਿਵੇਂ ਨਵੀਆਂ ਚੀਜ਼ਾਂ ਬਣਨੀਆਂ ਹੀ ਬੰਦ ਹੋ ਗਈਆਂ ਹੋਣ। ਪੂੰਜੀਵਾਦੀ ਅਰਥਚਾਰੇ ਗਰੀਬ ਮੁਲਕਾਂ ਦੀ ਪਿੱਠ ਉੱਤੇ ਚੜ੍ਹ ਕੇ ਕਹਿੰਦੇ ਹਨ ਕਿ ਅਸੀਂ ਤੁਹਾਡਾ ਭਾਰ ਘਟਾਉਣਾ ਹੈ। ਅਮੀਰ ਖਾਨਦਾਨ ਆਮਦਨ ਦੇ ਘਟਣ ਨਾਲ ਅਤੇ ਗਰੀਬ ਪਰਿਵਾਰ ਖਰਚਿਆਂ ਦੇ ਵਧਣ ਨਾਲ ਪਰੇਸ਼ਾਨ ਹੁੰਦੇ ਹਨ। ਬੌਧਿਕ ਬੇਈਮਾਨੀ ਵਿੱਚੋਂ ਕੇਵਲ ਹੇਰਾਫੇਰੀਆਂ ਹੀ ਜਨਮਦੀਆਂ ਹਨ। ਸਮਾਜ ਨੂੰ ਉਹਨਾਂ ਲੋਕਾਂ ਦੀ ਹਮੇਸ਼ਾ ਲੋੜ ਰਹਿੰਦੀ ਹੈ ਜਿਨ੍ਹਾਂ ਦੀ ਦਿਲਚਸਪੀ ਅਸੰਭਵ ਵਿੱਚ ਹੋਵੇ। ਜੇ ਮਨ ਹੀ ਸ਼ਾਂਤ ਨਹੀਂ ਤਾਂ ਸੁੱਖ ਸਹੂਲਤਾਂ ਦੇ ਕੋਈ ਅਰਥ ਨਹੀਂ ਰਹਿੰਦੇ। ਜ਼ਿੰਦਗੀ ਤੋਂ ਸਿੱਖੋ, ਜ਼ਿੰਦਗੀ ਨੂੰ ਸਿਖਾਉਣ ਵੀ ਦਿਓ। ਕੋਈ ਵੀ ਗਲਤ ਨਹੀਂ ਹੁੰਦਾ, ਹਰ ਕੋਈ ਵੱਖਰੇ ਢੰਗ ਨਾਲ ਠੀਕ ਸੋਚਦਾ ਹੈ। ਵਪਾਰੀਆਂ ਦੀ ਸਾਰੀ ਆਪਸੀ ਗੱਲਬਾਤ ਗਾਹਕ ਦੀ ਜੇਬ ਵਿੱਚੋਂ ਪੈਸੇ ਕੱਢਣ ਬਾਰੇ ਹੀ ਹੁੰਦੀ ਹੈ। ਅਤੀਤ ਦੇ ਅਨੁਭਵ ਯਾਦਾਂ ਦੀ ਦੌਲਤ ਨਾਲ ਖਰੀਦੇ ਜਾਂਦੇ ਹਨ। ਪ੍ਰੇਮੀ ਹਾਰ ਕੇ ਵੀ ਇੱਕ ਦੂਜੇ ਨੂੰ ਵਧਾਈ ਹੀ ਦਿੰਦੇ ਹਨ।
ਪੂੰਜੀਵਾਦੀ ਭੈੜੇ ਹਨ, ਪਰ ਪੂੰਜੀਵਾਦ ਲਾਭਕਾਰੀ ਹੈ। ਸਮਾਜਵਾਦ ਚੰਗਾ ਹੈ, ਪਰ ਸਮਾਜਵਾਦੀ ਪ੍ਰਵਾਨ ਨਹੀਂ। ਉਮਰ ਅਤੇ ਤਜਰਬੇ ਨਾਲ ਯਾਦਾਂ ਵਧੇਰੇ ਮੁੱਲਵਾਨ ਹੋ ਜਾਂਦੀਆਂ ਹਨ। ਜੇ ਉਦਾਸ ਹੋ ਤਾਂ ਅਖਬਾਰ ਨਾ ਪੜ੍ਹੋ, ਹੋਰ ਉਦਾਸ ਹੋ ਜਾਵੋਗੇ। ਜਦੋਂ ਤੁਸੀਂ ਹੋਵੋ ਇੱਥੇ ਅਤੇ ਹੋਣਾ ਚਾਹੋ ਉੱਥੇ, ਇਸ ਹਾਲਤ ਵਿੱਚੋਂ ਤਣਾਅ ਉਪਜਣਾ ਸੁਭਾਵਿਕ ਹੈ। ਜੇ ਹੀਰ ਨੇ ਰਾਂਝੇ ਦੀ ਥਾਂ ਮਿਰਜ਼ੇ ਨੂੰ ਪਿਆਰ ਕੀਤਾ ਹੁੰਦਾ ਤਾਂ ਪੰਜਾਬ ਵਿੱਚ ਪਿਆਰ ਦੀ ਪਰੰਪਰਾ ਹੋਰ ਕਿਸਮ ਦੀ ਹੋਣੀ ਸੀ। ਬਹੁਤ ਸਖਤ ਅਤੇ ਬਹੁਤ ਨਰਮ ਪਿਤਾ ਮਤਰੇਏ ਪਿਤਾ ਵਰਗਾ ਹੁੰਦਾ ਹੈ। ਨਾਸਤਕ ਪਤੀ ਵੀ ਮੰਨਦਾ ਹੈ ਕਿ ਬੀਵੀ ਰੱਬ ਦਾ ਰੂਪ ਹੁੰਦੀ ਹੈ। ਇਸਤਰੀ ਪੁਰਸ਼ ਦੀ ਬਰਾਬਰੀ ਦਾ ਸੰਘਰਸ਼ ਜਾਰੀ ਰਹੇਗਾ, ਕਿਉਂਕਿ ਇਸ ਸੰਘਰਸ਼ ਵਿਚਲੇ ਵਿਰੋਧੀਆਂ ਵਿੱਚ ਪਿਆਰ ਬੜਾ ਹੈ। ਸੋਗ ਮਨਾਉਣਾ ਮਰੇ ਬੰਦੇ ਨਾਲ ਆਪਣਾ ਸੰਬੰਧ ਦੱਸਣ ਦਾ ਢੰਗ ਹੁੰਦਾ ਹੈ। ਸਾਡੇ ਭਾਗਾਂ ਵਿੱਚ ਇਹ ਜੀਵਨ ਹੀ ਹੈ, ਸਾਡੇ ਹਿੱਸੇ ਇਹ ਸੰਸਾਰ ਹੀ ਆਇਆ ਹੈ। ਜਵਾਨਾਂ ਨੂੰ ਜ਼ਿੰਮੇਵਾਰ ਬਣਾਉਣ ਵਾਸਤੇ ਬਜ਼ੁਰਗ ਆਪ ਪਿੱਛੇ ਮੁੜ ਜਾਂਦੇ ਹਨ। ਵਿਧਵਾ ਹੋ ਜਾਣ ਦੀ ਸੂਰਤ ਵਿੱਚ ਇਸਤਰੀ ਦਾ ਧਿਆਨ ਆਪਣੇ ਨੁਕਸਾਂ ਅਤੇ ਆਪਣੀਆਂ ਘਾਟਾਂ ਵੱਲ ਹੀ ਜਾਂਦਾ ਹੈ। ਉਦਾਸੀ ਵਿੱਚ ਉਹ ਕੁਝ ਪੜ੍ਹੋ ਸੁਣੋ ਜਿਸ ਦੇ ਅਰਥ ਸਦੀਵੀ ਹੋਣ। ਜੀਵਨ ਦੀ ਕੋਈ ਮੌਤ ਨਹੀਂ ਹੁੰਦੀ, ਮੌਤ ਦਾ ਕੋਈ ਜੀਵਨ ਨਹੀਂ ਹੁੰਦਾ। ਕਿਸੇ ਦੇ ਮਰਨ ਉੱਤੇ ਉਸਦੇ ਕਮਰੇ ਵਿਚਲੀਆਂ ਉਸਦੀਆਂ ਚੀਜ਼ਾਂ ਵੀ ਮੁਰਝਾ ਗਈਆਂ ਲੱਗਦੀਆਂ ਹਨ। ਜੇ ਸਮਝਣ ਦੀ ਸ਼ਕਤੀ ਹੋਵੇ ਤਾਂ ਹਰ ਮਰਿਆ ਬੰਦਾ ਸੁਨੇਹਾ ਦਿੰਦਾ ਹੈ ਕਿ ਮੇਰੇ ਅੰਤ ਵਿੱਚੋਂ ਤੁਸੀਂ ਆਪਣਾ ਅੰਤ ਵੇਖ ਲਵੋ। ਕਈ ਵਾਰੀ ਦੁੱਖ ਇਤਨਾ ਵੱਡਾ ਹੁੰਦਾ ਹੈ ਕਿ ਭੁੱਲਣ ਲਈ ਜ਼ਿੰਦਗੀ ਦੇ ਰਹਿੰਦੇ ਸਾਲ ਥੋੜ੍ਹੇ ਪ੍ਰਤੀਤ ਹੁੰਦੇ ਹਨ। ਪਰਮਾਤਮਾ ਕਦੇ ਵੀ ਪਿਆਰ ਦੇਣਾ ਨਹੀਂ ਛੱਡਦਾ, ਅਸੀਂ ਲੈਣਾ ਬੰਦ ਕਰ ਦਿੰਦੇ ਹਾਂ। ਜਿਉਂਦੇ ਮਹਿਸੂਸ ਕਰਨ ਵਾਸਤੇ ਮੌਤ ਦੇ ਭੈ ਤੋਂ ਮੁਕਤ ਹੋਣਾ ਜ਼ਰੂਰੀ ਹੈ। ਆਤਮਾ ਦੇ ਸੰਕਲਪ ਤੋਂ ਬਿਨਾਂ ਪਰਮਾਤਮਾ ਦਾ ਸੰਕਲਪ ਸੰਭਵ ਨਹੀਂ ਸੀ ਹੋਣਾ। ਪਤਨੀ ਦੇ ਚਲਾਣਾ ਕਰਨ ਤੇ ਹੀ ਪੁਰਸ਼ ਨੂੰ ਪਤਾ ਲੱਗਦਾ ਹੈ ਕਿ ਉਸਨੇ ਜ਼ਿੰਮੇਵਾਰੀਆਂ ਦਾ ਕਿਤਨਾ ਬੋਝ ਚੁੱਕਿਆ ਹੋਇਆ ਸੀ। ਮੌਤ ਦਾ ਭੈ ਹਰੇਕ ਧਰਮ ਦਾ ਆਧਾਰ ਹੁੰਦਾ ਹੈ। ਪਰਮਾਤਮਾ ਆਪਣੇ ਸੁਨੇਹੇ ਮਹਾਂਪੁਰਸ਼ਾਂ ਰਾਹੀਂ ਦਿੰਦਾ ਹੈ। ਮੌਤ ਤੋਂ ਡਰੇ ਹੋਏ ਮਨੁੱਖ ਨੇ ਹੀ ਆਤਮਾ ਦੇ ਅਮਰ ਹੋਣ ਦੀ ਗੱਲ ਸੋਚੀ ਹੋਵੇਗੀ। ਚਾਪਲੂਸ ਆਪ ਜਾਣ ਬੁੱਝ ਕੇ ਮੂਰਖ ਬਣ ਕੇ ਮਾਲਕ ਨੂੰ ਸਿਆਣੇ ਹੋਣ ਦੇ ਭਰਮ ਦੀ ਮੌਜ ਮਾਣਨ ਦਾ ਅਵਸਰ ਦਿੰਦੇ ਹਨ। ਵਿਗਿਆਨ ਅਤੇ ਕਲਾ ਪਰਿਵਰਤਨ ਦੇ ਸੰਦ ਹਨ। ਵਿਗਿਆਨ ਪਦਾਰਥ ਨੂੰ ਬਦਲਦਾ ਹੈ, ਕਲਾ ਮਨੁੱਖ ਨੂੰ ਬਦਲਦੀ ਹੈ। ਜਿਨ੍ਹਾਂ ਨੇ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਹੁੰਦਾ ਹੈ, ਉਹ ਪਿਆਰ ਦੀ ਪਹਿਲੀ ਛੱਲ ਨਾਲ ਹੀ ਘੰਟਿਆਂ ਦਿਨਾਂ ਵਿੱਚ ਹੀ ਵਿਆਹ ਕਰਵਾ ਲੈਂਦੇ ਹਨ। ਆਪਣੇ ਘਰ ਤੋਂ ਸਿਵਾਏ ਕਿਸੇ ਵੀ ਥਾਂ ਮਨੁੱਖ ਦਾ ਤਨ ਮਨ ਨਹੀਂ ਰੱਜਦਾ। ਜਿਸ ਕੋਲ ਪੈਸੇ ਹੋਣ ਉਹ ਅਮੀਰ ਹੈ, ਜਿਸ ਕੋਲ ਪੈਸਿਆਂ ਨੂੰ ਚੰਗੇ ਢੰਗ ਨਾਲ ਖਰਚਣ ਲਈ ਸਮਾਂ ਵੀ ਹੋਵੇ ਉਹ ਖੁਸ਼ਹਾਲ ਹੈ। ਕ੍ਰਿਸ਼ਨ ਨੇ ਗੀਤਾ ਕਹੀ ਨਹੀਂ ਸੀ, ਅਰਜਨ ਨੇ ਖਵਾਈ ਸੀ ਅਤੇ ਸੰਸਾਰ ਨੇ ਸੁਣੀ ਸੀ। ਮੁਸਕਰਾਹਟ ਵਿੱਚ ਨੇੜੇ ਆਉਣ ਦਾ ਸੁਨੇਹਾ ਹੁੰਦਾ ਹੈ। ਸਿਦਕ ਉਹ ਹੁੰਦਾ ਹੈ ਜਦੋਂ ਹਾਰ ਨਿਸ਼ਚਿਤ ਹੋਣ ਦੇ ਬਾਵਜੂਦ ਜਿੱਤ ਦੇ ਭਰੋਸੇ ਨਾਲ ਜੂਝਿਆ ਜਾਵੇ। ਮਨੁੱਖ ਅਤੇ ਕੁਦਰਤ ਨੂੰ ਮਨੁੱਖ ਦੀ ਸੋਚ ਨਿਖੇੜਦੀ ਹੈ। ਜੇ ਦਿਲ ਵਿੱਚ ਚਾਅ ਹੋਵੇ ਤਾਂ ਹੀ ਤਲੀਆਂ ਉੱਤੇ ਮਹਿੰਦੀ ਦਾ ਰੰਗ ਉਗੜਦਾ ਹੈ।
ਸਮਾਜ ਦਾ ਸਭ ਤੋਂ ਮਜ਼ਬੂਤ ਰਿਸ਼ਤਾ ਮਾਂ ਪੁੱਤਰ ਦਾ ਰਿਸ਼ਤਾ ਹੁੰਦਾ ਹੈ। ਮਨੁੱਖ ਪਰਮਾਤਮਾ ਨੂੰ ਲੱਭਦਾ ਰਹਿੰਦਾ ਹੈ, ਪਰ ਪਰਮਾਤਮਾ ਨੂੰ ਮਹਿਸੂਸ ਕਰਨ ਵਿੱਚ ਮਨੁੱਖ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ। ਜਿੱਥੇ ਕੰਮ ਕਰਨ ਦਾ ਉਤਸ਼ਾਹ ਨਹੀਂ ਹੁੰਦਾ, ਉੱਥੇ ਨਾ ਬਚਤ ਹੁੰਦੀ ਹੈ, ਨਾ ਹੀ ਖੁਸ਼ਹਾਲੀ। ਕਈ ਵਾਰੀ ਮੂਰਖ ਬਣਨਾ ਹੀ ਸਿਆਣਪ ਹੁੰਦੀ ਹੈ। ਜੇ ਬਚਪਨ ਵਿੱਚ ਬੱਚੇ ਸੰਜਮ ਸਿੱਖ ਜਾਣ ਤਾਂ ਉਹਨਾਂ ਦੇ ਜੀਵਨ ਦਾ ਰਾਹ ਸਦਾ ਲਈ ਪੱਧਰਾ ਅਤੇ ਰਮਣੀਕ ਹੋ ਜਾਂਦਾ ਹੈ। ਵਿਸ਼ਵਾਸ ਉਸ ਭਰੋਸੇ ਨੂੰ ਕਹਿੰਦੇ ਹਨ ਜਿਹੜਾ ਸਾਡੀ ਤਾਕਤ ਦੀ ਤਾਕਤ ਵਧਾ ਦਿੰਦਾ ਹੈ। ਜਿਹੜਾ ਪਰਿਵਾਰ ਇਕੱਠਾ ਖਾਂਦਾ ਹੈ, ਉਹ ਪਰਿਵਾਰ ਇਕੱਠਾ ਰਹਿੰਦਾ ਹੈ। ਜਿਹੜਾ ਹਰ ਚੀਜ਼ ਦਾ ਹਰੇਕ ਪੱਖ ਵਿਚਾਰੇਗਾ, ਉਹ ਕੋਈ ਨਿਰਣਾ ਨਹੀਂ ਕਰ ਸਕੇਗਾ। ਨੱਚਦਿਆਂ ਗਾਉਂਦਿਆਂ ਪਿਆਰ ਕਰਦਿਆਂ ਸਾਨੂੰ ਅਧੂਰੇਪਣ ਤੋਂ ਮੁਕਤ ਹੋਣ ਅਤੇ ਸੰਪੂਰਨ ਹੋਣ ਦਾ ਆਨੰਦ ਮਿਲਦਾ ਹੈ। ਸਮਾਜ ਕਹਿੰਦਾ ਹੈ, ਜੋ ਹੈ ਉਸ ਨਾਲ ਸੰਤੁਸ਼ਟ ਹੋਵੋ ਅਤੇ ਹੋਰ ਲਈ ਮਿਹਨਤ ਕਰੋ। ਉੱਚਾ ਮੁੱਲ ਉਹਨਾਂ ਚੀਜ਼ਾਂ ਦਾ ਹੀ ਪੈਂਦਾ ਹੈ ਜਿਹੜੀਆਂ ਵਿਕ ਸਕਦੀਆਂ ਹੋਣ ਪਰ ਵੇਚੀਆਂ ਨਾ ਜਾਣ। ਪ੍ਰੇਮੀ ਅਤੇ ਪ੍ਰੇਮਿਕਾ ਜਦੋਂ ਇੱਕ ਦੂਜੇ ਦਾ ਹੱਥ ਫੜਦੇ ਹਨ ਤਾਂ ਦੋਹਾਂ ਦੇ ਹੱਥਾਂ ਦੀਆਂ ਲਕੀਰਾਂ ਬਦਲ ਜਾਂਦੀਆਂ ਹਨ। ਸਬਰ ਸੰਤੋਖ ਦਾ ਅਰਥ ਕੰਮ ਕਮਾਈ ਨੂੰ ਘਟਾਉਣਾ ਨਹੀਂ, ਸਗੋਂ ਜੋ ਹੈ ਉਸ ਨਾਲੋਂ ਵੱਧ ਪ੍ਰਸੰਨ ਨਜ਼ਰ ਆਉਣਾ ਹੁੰਦਾ ਹੈ। ਜੇ ਕੋਈ ਕੇਵਲ ਸੱਚ ਬੋਲਣ ਦਾ ਫੈਸਲਾ ਕਰ ਲਵੇ, ਉਹ ਕੁਝ ਘੰਟਿਆਂ ਵਿੱਚ ਹੀ ਮੁੱਦਾ ਪਿਆ ਹੋਵੇਗਾ। ਜਿਤਨਾ ਕੁ ਸੁਆਰਥ ਅਤੇ ਹਉਮੈ ਮਨੁੱਖ ਤਿਆਗਦਾ ਹੈ, ਉਤਨਾ ਕੁ ਉਹ ਸ਼ਾਂਤ ਹੋ ਜਾਂਦਾ ਹੈ। ਜ਼ਿੰਦਗੀ ਨੂੰ ਸਮਝਣ ਦੀ ਯੋਗਤਾ ਸਮਝੌਤੇ ਦੀ ਇੱਛਾ ਵਿੱਚੋਂ ਉਪਜਦੀ ਹੈ। ਆਪਣੀ ਅਣਖ ਦਾ ਝੰਡਾ ਝੁਲਾ ਕੇ ਕਿਸੇ ਨਾਲ ਪਿਆਰ ਨਹੀਂ ਕੀਤਾ ਜਾ ਸਕਦਾ। ਬੁਢਾਪੇ ਵਿੱਚ ਸਾਥੀਆਂ ਦੇ ਵਿਛੜਨ ਦੀ ਅਤੇ ਜੰਗ ਵਿੱਚ ਪੁੱਤਰਾਂ ਦੇ ਮਰਨ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ। ਲਗਭਗ ਹਰ ਇਸਤਰੀ ਨੇ ਆਪਣੇ ਜੀਵਨ ਦੇ ਅੰਤਲੇ ਵਰ੍ਹੇ ਵਿਧਵਾ ਵਜੋਂ ਗੁਜ਼ਾਰਨੇ ਹੁੰਦੇ ਹਨ। ਅਵਿਸ਼ਵਾਸ ਮਨੁੱਖ ਨੂੰ ਇਕੱਲਿਆਂ ਕਰ ਦਿੰਦਾ ਹੈ। ਗੈਰ ਸਮਾਜਿਕ ਵਿਹਾਰ ਕਰਨ ਵਾਲਾ ਮਨੁੱਖ ਵੀ ਸਮਾਜਿਕ ਪ੍ਰਵਾਨਗੀ ਲਈ ਤਾਂਘਦਾ ਰਹਿੰਦਾ ਹੈ। ਬੁਢਾਪੇ ਵਿੱਚ ਪਤੀ ਪਤਨੀ ਦੀ ਪਰਸਪਰ ਨਿਰਭਰਤਾ ਵਧਣ ਨਾਲ ਪਿਆਰ ਹੋਰ ਵੀ ਵੱਧ ਜਾਂਦਾ ਹੈ। ਦੂਜਿਆਂ ਦੇ ਨੇੜੇ ਹੋਣ ਵਾਸਤੇ ਅਸੀਂ ਉਹਨਾਂ ਨੂੰ ਆਪਣੇ ਭੇਤ ਦੱਸਣ ਲੱਗ ਪੈਂਦੇ ਹਾਂ। ਬਹਾਦਰਾਂ ਦੇ ਹੱਥ ਹੀ ਤਲਵਾਰਾਂ ਹੁੰਦੇ ਹਨ, ਜਦੋਂ ਕਿ ਬੁਜ਼ਦਿਲਾਂ ਦੀ ਹਿਫਾਜ਼ਤ ਸੰਗੀਨਾਂ ਵੀ ਨਹੀਂ ਕਰ ਸਕਦੀਆਂ। ਪ੍ਰੇਮੀ ਨੂੰ ਜਦੋਂ ਪ੍ਰੇਮਿਕਾ ਦੀ ਯਾਦ ਆਉਂਦੀ ਹੈ ਤਾਂ ਉਸਦਾ ਵਕਤ ਬੜਾ ਸੋਹਣਾ ਲੰਘਦਾ ਹੈ। ਚਾਦਰ ਨਾਲੋਂ ਵਧੇਰੇ ਪੈਰ ਫੈਲਾਉਣ ਵਾਲਿਆਂ ਨੂੰ ਹੱਥ ਵੀ ਫੈਲਾਉਣੇ ਪੈਂਦੇ ਹਨ। ਜੇ ਮਨੁੱਖ ਦੀ ਨਿਰੰਤਰ ਸੇਵਾ ਕਰਨ ਵਾਲੇ ਪਸ਼ੂਆਂ ਨਾਲ ਹੁੰਦੇ ਵਿਹਾਰ ਨੂੰ ਵੇਖੀਏ ਤਾਂ ਸਾਨੂੰ ਆਪਣੇ ਦੁੱਖ ਭੁੱਲ ਜਾਣਗੇ। ਨਲਾਇਕ ਇਮਤਿਹਾਨਾਂ ਵਿੱਚ ਨੰਬਰ ਘੱਟ ਲੈਣ ਵਾਲਾ ਹੀ ਨਹੀਂ ਹੁੰਦਾ, ਆਪਣਾ ਕੰਮ ਠੀਕ ਢੰਗ ਨਾਲ ਨਾ ਕਰਨ ਵਾਲਾ ਵੀ ਹੁੰਦਾ ਹੈ। ਜਦੋਂ ਅਸੀਂ ਕਿਸੇ ਨਾਲ ਮੁਕਾਬਲਾ ਕਰਦੇ ਹਾਂ ਤਾਂ ਉਹ ਵੀ ਵਿਕਾਸ ਕਰਦਾ ਹੈ। ਜੇ ਸਾਥ ਚੰਗਾ ਹੋਵੇ ਤਾਂ ਸਾਰੀਆਂ ਥਾਵਾਂ ਨੇੜੇ ਲੱਗਣ ਲੱਗ ਪੈਂਦੀਆਂ ਹਨ। ਪ੍ਰੇਮਿਕਾ ਨਾਲ ਨੱਚਣ ਵਿੱਚ ਕਦੇ ਥਕਾਵਟ ਨਹੀਂ ਹੁੰਦੀ। ਗੀਤ ਛੋਟੇ ਹੁੰਦੇ ਹਨ ਕਿਉਂਕਿ ਉਹਨਾਂ ਨੇ ਸਾਡੇ ਬੁੱਲ੍ਹਾਂ 'ਤੇ ਨੱਚਣਾ ਹੁੰਦਾ ਹੈ ਅਤੇ ਬੁੱਲ੍ਹਾਂ 'ਤੇ ਬਹੁਤੀ ਥਾਂ ਨਹੀਂ ਹੁੰਦੀ। ਇਤਿਹਾਸ ਵਿੱਚੋਂ ਗੈਰ ਹਾਜ਼ਰ ਰੱਖੀਆਂ ਗਈਆਂ ਇਸਤਰੀਆਂ ਹੁਣ ਇਤਿਹਾਸ ਨੂੰ ਪੁੱਠਾ ਗੇੜਾ ਦੇਣਗੀਆਂ।
ਹਰੀ ਘਾਹ ਉੱਤੇ ਕਿਸੇ ਨਾਲ ਨੰਗੇ ਪੈਰੀਂ ਤੁਰਨਾ ਹੁਣ ਸੰਭਵ ਨਹੀਂ ਰਿਹਾ, ਕਿਉਂਕਿ ਸਾਡੇ ਪੈਰਾਂ ਨਾਲ ਕਾਰਾਂ ਬੰਨ੍ਹ ਦਿੱਤੀਆਂ ਗਈਆਂ ਹਨ। ਮਦਦ ਤਾਂ ਹੀ ਸਹੀ ਹੁੰਦੀ ਹੈ ਜੇ ਉਦੇਸ਼ ਕਿਸੇ ਡਿਗੇ ਨੂੰ ਮੁੜ ਖੜਾ ਕਰਨਾ ਹੀ ਹੋਵੇ। ਚੰਗੇ ਬੰਦਿਆਂ ਦੀ ਸੰਗਤ ਵਿੱਚ ਅਸੀਂ ਨਿਰਸੁਆਰਥ ਹੋ ਜਾਂਦੇ ਹਾਂ, ਜਿਸ ਕਾਰਨ ਸਾਨੂੰ ਆਪਣਾ ਆਪ ਚੰਗਾ ਲੱਗਣ ਲੱਗ ਪੈਂਦਾ ਹੈ। ਜੀਓ ਜਿਤਨਾ ਚਿਰ ਮਰਜ਼ੀ, ਪਹਿਲੇ 25 ਸਾਲ ਜ਼ਿੰਦਗੀ ਦਾ ਅੱਧ ਹੁੰਦੇ ਹਨ। ਜ਼ਿੰਦਗੀ ਵਿੱਚ ਸ਼ਿਕਾਇਤਾਂ ਇਤਨੀਆਂ ਵੱਧ ਗਈਆਂ ਹਨ ਕਿ ਧੰਨਵਾਦ ਦੇ ਬੈਠਣ ਲਈ ਥਾਂ ਹੀ ਕੋਈ ਨਹੀਂ ਰਹੀ। ਰਸਤੇ ਦੀ ਧੂੜ ਕਾਰਨ ਅਜੇ ਤੱਕ ਕਿਸੇ ਨੇ ਤੁਰਨਾ ਨਹੀਂ ਤਿਆਗਿਆ। ਜੇ ਤੁਸੀਂ ਬਿਮਾਰੀ ਤੋਂ ਠੀਕ ਹੀ ਨਹੀਂ ਹੋਣਾ ਚਾਹੁੰਦੇ ਤਾਂ ਡਾਕਟਰ ਕੀ ਕਰ ਸਕਦਾ ਹੈ? ਪਾਟੇ ਨੂੰ ਸਿਉਣ ਨਾਲ, ਰੁੱਸੇ ਨੂੰ ਮਨਾਉਣ ਨਾਲ, ਭੁੱਖੇ ਨੂੰ ਰਜਾਉਣ ਨਾਲ, ਡਿਗੇ ਨੂੰ ਉਠਾਉਣ ਨਾਲ ਹੀ ਘਰ ਵਸਦੇ ਹਨ। ਮਨੁੱਖ ਜੋ ਵੀ ਕਰਦਾ ਹੈ, ਉਸ ਦਾ ਸਭ ਤੋਂ ਪਹਿਲਾ ਪ੍ਰਭਾਵ ਉਸ ਦੇ ਆਪਣੇ ਉੱਤੇ ਹੀ ਪੈਂਦਾ ਹੈ। ਸਮੁੰਦਰ ਵਿੱਚ ਅਥਾਹ ਪਾਣੀ ਹੁੰਦਾ ਹੈ, ਪਰ ਫਿਰ ਵੀ ਉਸ ਦੀ ਹੋਰ ਪਾਣੀ ਸਮਾਉਣ ਦੀ ਸਮਰੱਥਾ ਵੀ ਅਥਾਹ ਹੁੰਦੀ ਹੈ। ਜਿਸ ਦੀ ਆਪਣੀ ਭੁੱਖ ਹੀ ਸ਼ਾਂਤ ਨਹੀਂ, ਉਹ ਕਿਸੇ ਦੀ ਕੀ ਮਦਦ ਕਰ ਸਕਦਾ ਹੈ? ਉਮਰ ਕੋਈ ਹੋਵੇ, ਕੁਝ ਨਵਾਂ ਸਿੱਖਣ ਦੀਆਂ ਅਥਾਹ ਸੰਭਾਵਨਾਵਾਂ ਹੁੰਦੀਆਂ ਹਨ। ਹਮਦਰਦੀ ਮਨੁੱਖ ਨੂੰ ਨਿੱਜੀ ਅਤੇ ਤੰਗ ਦਾਇਰਿਆਂ ਵਿੱਚੋਂ ਕੱਢ ਕੇ ਜ਼ਿੰਦਗੀ ਦੇ ਵੱਡੇ ਵਰਤਾਰਿਆਂ ਵਿੱਚ ਲੈ ਆਉਂਦੀ ਹੈ। ਸਵਰਗ ਪੁਰਸ਼ ਸੋਚ ਦਾ ਸੁਪਨਾ ਹੈ। ਉੱਥੇ ਪੁਰਸ਼ਾਂ ਦੇ ਮੌਜ ਮੇਲੇ ਵਾਲੀਆਂ ਵਸਤਾਂ ਹੀ ਹਨ। ਚੰਗਿਆਂ ਅਤੇ ਸਿਆਣਿਆਂ ਦੀ ਸੰਗਤ ਮਨੁੱਖ ਨੂੰ ਭਟਕਣ ਨਹੀਂ ਦਿੰਦੀ। ਲੋਕ ਅਕਸਰ ਮੌਕੇ ਦਾ ਲਾਭ ਨਹੀਂ ਉਠਾਉਂਦੇ। ਕਿਉਂਕਿ ਮੌਕਾ ਕੰਮ ਦੇ ਰੂਪ ਵਿੱਚ ਆਉਂਦਾ ਹੈ ਅਤੇ ਮਿਹਨਤ ਦੀ ਮੰਗ ਕਰਦਾ ਹੈ। ਸੰਸਾਰ ਨੂੰ ਆਪਣਾ ਕਹਿਣ ਵਾਸਤੇ ਸਾਨੂੰ ਸਾਰੇ ਸੰਸਾਰ ਦੀ ਲੋੜ ਹੈ। ਹਰੇਕ ਵਿਅਕਤੀ ਦਿਨ ਦਾ ਬਹੁਤਾ ਸਮਾਂ ਸਧਾਰਨ ਸਾਊ ਮਨੁੱਖ ਹੀ ਹੁੰਦਾ ਹੈ। ਕਿਸੇ ਥਾਂ ਪਹੁੰਚਣ ਦਾ ਵਾਅਦਾ ਕਰਨ ਸਮੇਂ ਆਪਣੀ ਚੁਸਤੀ ਸੁਸਤੀ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਬਹਾਦਰ, ਲਾਇਕ ਅਤੇ ਕਾਬਲ ਦੂਜਿਆਂ ਲਈ ਪ੍ਰਸ਼ੰਸਾ ਨਾਲ ਭਰੇ ਹੁੰਦੇ ਹਨ। ਜੀਵਨ ਵਹੀਆਂ ਵਾਲੀ ਹਿਸਾਬ ਕਿਤਾਬ ਦੀ ਬਿਰਤੀ ਨਾਲ ਹੀ ਚੱਲਦਾ ਹੈ। ਬਾਜ਼ਾਰ ਜਾਣ ਵੇਲੇ ਕੰਮਾਂ ਦੀ ਸੂਚੀ ਬਣਾ ਕੇ ਲੈ ਕੇ ਜਾਓ। ਇਵੇਂ ਤੁਹਾਨੂੰ ਆਪਣੇ ਸਿਆਣੇ ਹੋਣ ਦਾ ਅਹਿਸਾਸ ਹੋਵੇਗਾ। ਜਿਹੜਾ ਅੰਦਰੋਂ ਅਮੀਰ ਹੁੰਦਾ ਹੈ, ਉਹੀ ਦੂਜਿਆਂ ਦੀ ਮਦਦ ਕਰਦਾ ਹੈ। ਕਿਸੇ ਦੀ ਪ੍ਰਸ਼ੰਸਾ ਕਰਨ ਦਾ ਉਦੇਸ਼ ਉਸ ਵਿੱਚ ਆਪਣਾ ਵਿਸ਼ਵਾਸ ਅਤੇ ਭਰੋਸਾ ਪ੍ਰਗਟਾਉਣਾ ਹੁੰਦਾ ਹੈ। ਕਦੇ ਨਾ ਕਹੋ, ਮੈਂ ਇਹ ਨਹੀਂ ਕਰ ਸਕਦਾ। ਦੱਸੋ ਕਿਵੇਂ, ਕਿਤਨੇ ਚਿਰ ਵਿੱਚ ਕਰ ਸਕਦੇ ਹੋ। ਆਪਣੀ ਗਲਤੀ ਦੀ ਮੁਆਫ਼ੀ ਇਤਨੇ ਸਿੱਧੇ, ਸਪਸ਼ਟ ਅਤੇ ਨਿਮਰ ਢੰਗ ਨਾਲ ਮੰਗੋ ਕਿ ਅਗਲਾ ਮੁਆਫ਼ ਕਰਨ ਦਾ ਮੌਕਾ ਗਵਾਉਣਾ ਨਾ ਚਾਹੇ। ਆਨੰਦ ਸੰਭੋਗ ਵਿੱਚ ਨਹੀਂ ਹੁੰਦਾ। ਸੰਭੋਗ ਸਮੇਂ ਆਪਣੀ ਹਉਮੈ ਦੇ ਤਿਆਗ, ਪੂਰਨ ਭਾਂਤ ਸਮਰਪਣ ਅਤੇ ਦੂਜੇ ਨੂੰ ਪ੍ਰਵਾਨ ਕਰਨ ਵਿੱਚ ਹੁੰਦਾ ਹੈ। ਜਦੋਂ ਵੀ ਕਿਸੇ ਰਿਸ਼ਤੇ ਦਾ ਲਾਭ ਉਠਾਉਣਾ ਚਾਹੋਗੇ, ਉਹ ਰਿਸ਼ਤਾ ਫਿੱਕਾ ਪੈ ਜਾਵੇਗਾ। ਧਾਰਮਿਕ ਸਥਾਨ 'ਤੇ ਸ਼ਾਂਤੀ ਇਸ ਕਾਰਨ ਮਿਲਦੀ ਹੈ ਕਿਉਂਕਿ ਉੱਥੇ ਅਸੀਂ ਆਪਣਾ ਅਤੇ ਆਪਣੀ ਸ਼ਰਧਾ ਦਾ ਕਿਸੇ ਨਾਲ ਮੁਕਾਬਲਾ ਨਹੀਂ ਕਰਦੇ। ਇਸਤਰੀ ਦੀ ਤਾਕਤ ਨੂੰ ਪਛਾਣਨ ਦੇ ਪੱਖੋਂ ਪੁਰਸ਼ ਵਿੱਚ ਝਿਜਕ ਹੈ। ਰਲ ਕੇ ਖਾਧੇ ਭੋਜਨ ਵਿੱਚ ਪ੍ਰੇਮ ਅਤੇ ਸਦਭਾਵਨਾ ਰਲੇ ਹੋਣ ਕਾਰਨ ਇਹ ਵਧੇਰੇ ਸੁਆਦੀ ਲੱਗਦਾ ਹੈ। ਜਦੋਂ ਮਨੁੱਖ ਸੁਤੰਤਰ ਹੁੰਦਾ ਹੈ ਤਾਂ ਉਹ ਪਿਆਰ ਦੀ ਪਕੜ ਵਿੱਚ ਆਉਣ ਲਈ ਤਾਂਘਦਾ ਰਹਿੰਦਾ ਹੈ।
ਜ਼ਿੰਦਗੀ ਦੀਆਂ ਗੰਭੀਰ ਅਤੇ ਸੰਕਟ ਵਾਲੀਆਂ ਘੜੀਆਂ ਕਵਿਤਾ ਰਚਨ ਅਤੇ ਚਿੰਤਨ ਕਰਨ ਲਈ ਬੁਲਾਵਾ ਹੁੰਦੀਆਂ ਹਨ। ਕਿਸੇ ਨੂੰ ਭੰਡਣ ਵਾਸਤੇ ਸੂਝ ਸਿਆਣਪ ਦੀ ਲੋੜ ਨਹੀਂ ਪੈਂਦੀ। ਅਨੁਭਵ ਜਿਤਨਾ ਡੂੰਘਾ ਅਤੇ ਵਿਸ਼ਾਲ ਹੁੰਦਾ ਹੈ, ਉਸ ਨੂੰ ਪ੍ਰਗਟਾਉਣ ਵਾਲੀ ਸ਼ਬਦਾਵਲੀ ਉਤਨੀ ਹੀ ਸਰਲ, ਉੱਚੀ, ਸੂਖਮ, ਲਚਕਦਾਰ ਅਤੇ ਫੁਰਤੀਲੀ ਹੋ ਜਾਂਦੀ ਹੈ। ਹਰੇਕ ਸੰਕਟ ਦੇ ਪਹਿਲੇ 24 ਘੰਟੇ ਫੈਸਲਾਕੁੰਨ ਹੁੰਦੇ ਹਨ। ਜੇ ਸਭ ਕੁਝ ਵੀ ਗੁੰਮ ਜਾਵੇ, ਹਿੰਮਤ ਫਿਰ ਵੀ ਬਚ ਜਾਂਦੀ ਹੈ। ਆਪਣੀ ਰਚਨਾ ਵਿੱਚ ਪ੍ਰਗਟਾਈਆਂ ਜਾਣ ਵਾਲੀਆਂ ਸਥਿਤੀਆਂ ਸੰਬੰਧੀ ਨਿੱਜੀ ਅਨੁਭਵ ਨਾ ਹੋਣ ਕਾਰਨ ਲੇਖਕ ਅਕਸਰ ਸ਼ਬਦ ਜਾਲ ਵਿੱਚ ਉਲਝਦੇ ਰਹਿੰਦੇ ਹਨ। ਜੀਵਨ ਦੇ ਅੱਧ ਵਿੱਚ ਸਾਡਾ ਸਰੀਰ ਸਾਡੇ ਨਾਲ ਰੁੱਸਣ ਲੱਗ ਪੈਂਦਾ ਹੈ। ਸਮੇਂ ਨੇ ਬੀਤਣਾ ਹੀ ਹੈ, ਜਾਗਦਿਆਂ ਵੀ, ਸੁੱਤਿਆਂ ਵੀ, ਹੱਸਦਿਆਂ ਵੀ, ਰੋਂਦਿਆਂ ਵੀ। ਰੁੱਖਾਂ ਨਾਲ ਰਸਤਿਆਂ ਤੇ ਰੌਣਕ ਹੋ ਜਾਂਦੀ ਹੈ। ਵੈਣ ਸਾਹਮਣੇ ਰੱਖੇ ਕਾਗਜ਼ ਤੋਂ ਪੜ੍ਹ ਕੇ ਨਹੀਂ ਪਾਏ ਜਾਂਦੇ। ਉਹ ਰਿਸ਼ਤਾ ਹੀ ਕੀ ਜਿਸ ਵਿੱਚ ਪੈ ਕੇ ਦੋਵੇਂ ਧਿਰਾਂ ਉੱਨਤ ਨਾ ਹੋਣ। ਅਸ਼ੋਕ ਕਾਲਿੰਗਾ ਵਿੱਚ ਵਿਖਾਈ ਬਹਾਦਰੀ ਕਰਕੇ ਨਹੀਂ, ਬੁੱਧ ਦੀ ਸ਼ਰਨ ਵਿੱਚ ਆਉਣ ਕਰਕੇ ਯਾਦ ਕੀਤਾ ਜਾਂਦਾ ਹੈ। ਪੂਰਵਜਾਂ ਦੀਆਂ ਜੀਵਨ ਜੁਗਤਾਂ ਨੂੰ ਸੰਸਕ੍ਰਿਤੀ ਕਹਿੰਦੇ ਹਨ। ਇਸਤਰੀ ਹਰ ਉਸ ਰਸਮ ਅਤੇ ਰਿਸ਼ਤੇ ਦਾ ਸਮਰਥਨ ਕਰਦੀ ਹੈ ਜਿਹੜਾ ਪਤੀ ਨਾਲ ਉਸਦੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ। ਘਰ ਦਾ ਹਰੇਕ ਜੀਅ ਆਪਣੇ ਸੁੱਖ ਦਾ ਧਿਆਨ ਰੱਖਦਾ ਹੈ। ਮਾਂ ਹਰੇਕ ਦੇ ਸੁੱਖ ਦਾ ਧਿਆਨ ਰੱਖਦੀ ਹੋਈ ਆਪਣਾ ਸੁੱਖ ਭੁੱਲ ਜਾਂਦੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।